ਡੰਡੌਤ ਬੰਧਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਜੇ ਭੁੱਲੀ ਜੇ ਚੁੱਕੀ ਸਾਈਂ। ਪੀਤ ਹਿੰਜੀ ਕਾਢੀਆ ਜਿਨ੍ਹਾਂ ਨੇ ਦੁਜਾਣੇ ਲੱਗਾ। ਚੂਰ ਮਰੋਂ ਸੇ ਵਾਢੀਆ ਹਉ ਨਾ ਛੋਡੂ ਕੰਤ ਪਾਸਰਾ। ਹਉ ਨਾ ਛੋਡੂ ਕੰਤ ਪਾਸਰਾ। ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੀ ਸਾਧ ਸੰਗਤ ਸਤਿਗੁਰਾਂ ਦੀਆਂ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਹਨ। ਗੁਰੂ ਕੇ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ। ਗੁਰੂ ਘਰ ਦੇ ਸਤਿਕਾਰ ਸਨਮਾਨਯੋਗ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਗੁਰੂ ਬਖਸ਼ੀਆਂ ਇਹਨਾਂ ਸੁਭਾਗੀਆਂ ਘੜੀਆਂ ਨੂੰ ਗੁਰਬਾਣੀ ਦਾ ਓਟ ਆਸਰਾ ਲੈ ਕੇ ਸਫਲਿਆਂ ਬਣਾਇਆ ਹੈ। ਉਪਰੰਤ ਸਮਾਂ ਹੋਇਆ ਹੈ ਗੁਰਬਾਣੀ ਵਿਚਾਰ ਦਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਪਾਵਨ ਬਾਣੀ ਸੁਖਮਨੀ ਸਾਹਿਬ ਦੀਆਂ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਅਦਬ ਸਹਿਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਵਿਚਾਰ ਦੀ ਲੜੀ ਚੱਲ ਰਹੀ ਹੈ। 8ਵੀਂ ਅਸ਼ਟਪਦੀ ਦੀਆਂ ਵਿਚਾਰਾਂ ਚੱਲ ਰਹੀਆਂ ਨੇ। ਇਸ ਅਸ਼ਟਪਦੀ ਅੰਦਰ ਸਤਿਗੁਰੂ ਜੀ ਨੇ ਲਗਾਤਾਰ ਬ੍ਰਹਮ ਗਿਆਨੀ ਦਾ ਜ਼ਿਕਰ ਕੀਤਾ ਹੈ, ਸ਼ਲੋਕ 'ਚ ਵੀ ਤੇ ਅੱਗੇ ਅਸ਼ਟਪਦੀ ਦੇ ਅੰਦਰ ਵੀ। ਔਰ ਬ੍ਰਹਮ ਗਿਆਨੀ ਦੇ ਵੱਖਰੇ ਵੱਖਰੇ ਗੁਣਾਂ ਦੀ ਗੱਲ ਕੀਤੀ। ਬ੍ਰਹਮ ਗਿਆਨੀ ਅਵਸਥਾ ਦੀ ਗੱਲ ਕੀਤੀ। ਬ੍ਰਹਮ ਗਿਆਨੀ ਦਾ ਸੁਭਾਅ ਕੀ ਹੈ, ਬ੍ਰਹਮ ਗਿਆਨੀ ਦਾ ਆਚਾਰ ਵਿਹਾਰ ਤੇ ਕਿਰਦਾਰ ਕੀ ਹੈ, ਕਿਸ ਲੈਵਲ ਤੇ ਕਿਸ ਪੱਧਰ ਤੇ ਬ੍ਰਹਮ ਗਿਆਨੀ ਜਿਉਂਦਾ ਹੈ। ਉਹ ਸਮੁੱਚੀਆਂ ਵਿਚਾਰਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਅਸ਼ਟਪਦੀ ਦੇ ਅੰਦਰ ਸਾਨੂੰ ਸਮਝਾਈਆਂ ਹਨ। ਅੱਜ ਦੇ ਬਚਨਾਂ 'ਚ ਮਹਾਰਾਜ ਫਰਮਾਨ ਕਰਦੇ ਹਨ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬੇਤਾ ਸ਼ਬਦ ਦਾ
ਅਰਥ ਹੈ ਜਾਣਕਾਰ। ਜਿਹਦੇ ਕੋਲ ਜਿਸ ਚੀਜ਼ ਦੀ ਜਾਣਕਾਰੀ ਹੈ, ਉਸੇ ਤਰ੍ਹਾਂ ਦਾ ਇੱਕ ਤਖੱਲਸ ਮਨੁੱਖ ਦੇ ਨਾਮ ਤੋਂ ਪਹਿਲਾਂ ਲੱਗਦਾ ਹੈ। ਜਿਵੇਂ ਕਿਸੇ ਨੇ ਮੈਡੀਕਲ ਫੀਲਡ ਦੇ ਵਿੱਚ ਬਹੁਤ ਪੜ੍ਹਾਈ ਕੀਤੀ ਹੈ ਤੇ ਡਾਕਟਰ ਆਪਾਂ ਕਹਿੰਦੇ ਹਾਂ, ਇਸੇ ਤਰ੍ਹਾਂ ਕੋਈ ਇੰਜੀਨੀਅਰ ਹੈ, ਕੋਈ ਵਕੀਲ ਹੈ। ਜਿਹਦੇ ਕੋਲ ਜਿਸ ਤਰ੍ਹਾਂ ਦਾ ਗਿਆਨ ਹੈ, ਉਸੇ ਤਰ੍ਹਾਂ ਦੀ ਉਸ ਮਨੁੱਖ ਦੀ ਪਹਿਚਾਣ ਹੈ। ਤੇ ਬ੍ਰਹਮ ਗਿਆਨੀ ਦੀ ਮਹਾਰਾਜ ਕਹਿੰਦੇ ਕੁਆਲਿਟੀ ਕੀ ਹੈ, ਪਹਿਚਾਣ ਕੀ ਹੈ? ਕਿ ਉਹ ਬ੍ਰਹਮ ਦਾ ਬੇਤਾ ਹੈ, ਬ੍ਰਹਮ ਦਾ ਜਾਣਕਾਰ ਹੈ, ਪਰਮਾਤਮਾ ਦਾ, ਨਿਰੰਕਾਰ ਦਾ। ਉਹਦੇ ਕੋਲ ਪਰਮੇਸ਼ਰ ਦੀ ਸਮਝ ਹੈ। ਇੱਕ ਹੈ ਸੰਸਾਰ ਦੇ ਗਿਆਨ ਦੇ ਵੱਖਰੇ ਵੱਖਰੇ ਪਹਿਲੂ ਹਨ, ਪਰ ਮਹਾਰਾਜ ਕਹਿੰਦੇ ਸਭ ਤੋਂ ਉੱਪਰ ਹੈ ਪਰਮੇਸ਼ਰ ਦੇ, ਪਰਮਾਤਮਾ ਦੇ ਘਰ ਦਾ ਗਿਆਨ। ਕਿਉਂਕਿ ਜੇ ਪਰਮਾਤਮਾ ਦੇ ਘਰ ਦਾ ਗਿਆਨ ਸਮਝ ਮਨੁੱਖ ਦੇ ਕੋਲ ਹੈ, ਤੇ ਮਨੁੱਖ ਜਿਹੜੇ ਬਾਕੀ ਦੇ ਸੰਸਾਰ ਦੇ ਪੱਧਰ ਦੇ ਗਿਆਨ ਹਨ, ਉਹਨਾਂ ਨੂੰ ਵੀ ਸੋਹਣੇ ਤਰੀਕੇ ਦੇ ਨਾਲ ਵਰਤਦਾ ਹੈ। ਤੇ ਜੇ ਮਨੁੱਖ ਦੇ ਕੋਲ ਵੇਖੋ ਰੱਬ ਦਾ ਗਿਆਨ ਨਹੀਂ ਹੈ, ਧਰਮ ਦਾ ਗਿਆਨ ਨਹੀਂ ਹੈ, ਅੰਦਰ ਇਨਸਾਨੀਅਤ ਵਾਲੀ ਬਿਰਤੀ ਨਹੀਂ ਹੈ, ਤੇ ਬਾਹਰੀ ਤੌਰ ਤੇ ਆਪਾਂ ਸਮਾਜ ਅੰਦਰ ਵੇਖਦੇ ਹਾਂ ਲੋਕਾਂ ਦੇ ਕੋਲ ਗਿਆਨ ਤੇ ਹੈ, ਪਰ ਕਿਵੇਂ ਲੋਕ ਆਪਣੇ ਉਸ ਗਿਆਨ ਦੀ ਗਲਤ ਵਰਤੋਂ ਕਰਦੇ ਹਨ, ਨਾਜਾਇਜ਼ ਵਰਤੋਂ ਕਰਦੇ ਹਨ। ਗਿਆਨ ਹੈ, ਪਰ ਕੁਝ ਸਵਾਰਥ ਕਰਕੇ, ਕੁਝ ਲੋਭ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਗਿਆਨ ਨੂੰ ਪ੍ਰੋਪਰ ਵੇ, ਸਹੀ ਰਸਤੇ ਤੇ ਵਰਤਿਆ ਨਹੀਂ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਮਨੁੱਖ ਦੇ ਕੋਲ ਜਿੱਥੇ ਸੰਸਾਰ ਦਾ ਗਿਆਨ ਹੋਵੇ, ਉੱਥੇ ਧਰਮ ਦਾ, ਪਰਮਾਤਮਾ ਦਾ, ਇਨਸਾਨੀਅਤ ਦਾ ਇਹ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਮਨੁੱਖ ਆਪਣੇ ਗਿਆਨ ਦੁਆਰਾ ਦੂਜਿਆਂ ਦਾ ਭਲਾ ਕਰ ਸਕੇ। ਹੁਣ ਬ੍ਰਹਮ ਗਿਆਨੀ ਦਾ ਜੀਵਨ ਜਦੋਂ ਆਪਾਂ ਵੇਖਦੇ ਹਾਂ, ਜਾਂ ਜਿਵੇਂ ਸਤਿਗੁਰੂ ਨੇ ਇਸ ਅਸ਼ਟਪਦੀ ਦੇ ਅੰਦਰ ਸਮੁੱਚੀਆਂ ਵਿਚਾਰਾਂ ਕਹੀਆਂ ਹਨ ਕਿ ਉਹ ਭਲਾ ਹੀ ਕਰ ਰਿਹਾ ਹੈ, ਪਰਉਪਕਾਰ ਹੀ ਕਰ ਰਿਹਾ ਹੈ। ਉਹ ਆਪਣਾ ਵਿਗਾਰ ਬਿਰਾਨਾ ਸੰਡ ਹੈ, ਭਾਵੇਂ ਉਹਨੂੰ ਆਪਣਾ ਕੁਝ ਵਿਗਾੜਨਾ ਪਵੇ, ਉਹ ਦੂਜੇ ਦੇ ਭਲੇ ਵਾਲੇ ਪਾਸਿਓਂ ਕਦਮ ਪਿਛਾਂਹ ਨਹੀਂ ਪੁੱਟਦਾ ਹੈ, ਦੂਜਿਆਂ ਦਾ ਭਲਾ ਕਰਨ 'ਚ ਲੱਗਿਆ ਹੋਇਆ ਹੈ, ਕਿਉਂਕਿ ਅੰਦਰ ਬ੍ਰਹਮ ਦੀ ਸਮਝ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਤਿਹਾਸ ਕਹਿੰਦਾ ਜਦੋਂ ਸੁਲਤਾਨਪੁਰ ਲੋਧੀ ਤੋਂ ਗੁਰੂ ਬਾਬਾ ਜੀ ਨੇ ਉਦਾਸੀਆਂ ਦੀ ਆਰੰਭਤਾ ਕੀਤੀ ਹੈ, ਭੈਣ ਨਾਨਕੀ ਉੱਥੇ ਹੈ, ਔਰ ਗੁਰੂ ਮਹਾਰਾਜ ਜੀ ਦੇ ਪਤਨੀ ਬੀਬੀ ਸੁਲੱਖਣੀ ਜੀ, ਬਾਬਾ ਸ਼੍ਰੀ ਚੰਦ, ਬਾਬਾ ਲక్ష్ਮੀ ਦਾਸ, 2 ਪੁੱਤਰ, ਛੋਟੀ ਛੋਟੀ ਉਮਰ ਉੱਥੇ ਹਨ। ਸਾਡੀ ਸੰਸਾਰੀ ਸੋਚ ਤੇ ਗੁਰੂ ਮਹਾਰਾਜ ਜੀ ਦੀ ਸੋਚ ਦੇ ਵਿੱਚ ਫਰਕ ਕਿੰਨਾ ਹੈ। ਭੈਣ ਨਾਨਕੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਭ ਤੋਂ ਪਹਿਲੇ ਸਿੱਖ, ਗੁਰੂ ਨਾਨਕ ਮਹਾਰਾਜ ਜੀ ਦੀ ਸਿੱਖੀ ਨੂੰ ਜਾਣਨ ਵਾਲੇ, ਗੁਰੂ ਕੇ ਉਪਦੇਸ਼ਾਂ ਨੂੰ, ਸਿਧਾਂਤਾਂ ਨੂੰ ਜਾਣਨ ਵਾਲੇ। ਜਦੋਂ ਗੁਰੂ ਨਾਨਕ ਮਹਾਰਾਜ ਉਦਾਸੀਆਂ ਆਰੰਭ ਕਰਨ ਲੱਗੇ ਹਨ, ਪ੍ਰਚਾਰ ਫੇਰੀ ਤੇ ਤੁਰਨ ਲੱਗੇ ਨੇ, ਭੈਣ ਨਾਨਕੀ ਦੀਆਂ ਅੱਖਾਂ 'ਚ ਪਾਣੀ ਭਰ ਆਇਆ। ਤੇ ਸੁਭਾਵਕ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਬਾਕੀਆਂ ਦੇ ਮਨ 'ਚ ਕੋਈ ਵਿਰਾਗ ਆਵੇ, ਕੋਈ ਅੱਖਾਂ 'ਚ ਪਾਣੀ ਆਵੇ, ਗੱਲ ਮੰਨੀ ਜਾ ਸਕਦੀ ਹੈ, ਪਰ ਭੈਣ ਨਾਨਕੀ ਜੀ ਤੁਸੀਂ ਤੇ ਚੰਗੀ ਤਰ੍ਹਾਂ ਸਾਨੂੰ ਸਮਝਦੇ ਹੋ, ਤੁਸੀਂ ਤੇ ਸਿੱਖੀ ਨੂੰ ਸਮਝਿਆ, ਧਰਮ ਨੂੰ ਸਮਝਿਆ, ਫਿਰ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਕਿਉਂ ਹੈ? ਕਿ ਵਿਛੋੜੇ ਕਰਕੇ, ਕਿ ਭਰਾ ਦਾ ਵਿਛੋੜਾ ਪੈ ਰਿਹਾ ਹੈ ਤਾਂ ਅੱਖਾਂ 'ਚ ਪਾਣੀ ਭਰ ਆਇਆ ਹੈ? ਤੇ ਭੈਣ ਨਾਨਕੀ ਕਹਿਣ ਲੱਗੇ, ਨਹੀਂ, ਇਹ ਕਾਰਨ ਨਹੀਂ ਹੈ, ਕਾਰਨ ਹੋਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੀ ਕਾਰਨ? ਉਹ ਕਹਿਣ ਲੱਗੇ, ਮੈਂ ਆਪਣੇ ਵਿਛੋੜੇ ਕਰਕੇ ਮੇਰੀਆਂ ਅੱਖਾਂ, ਮੇਰਾ ਮਨ ਨਹੀਂ ਭਰਿਆ। ਮੈਂ ਤੇ ਤੁਹਾਡੇ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਵੇਖਦੀ ਹਾਂ, ਬਾਬਾ ਸ਼੍ਰੀ ਚੰਦ, ਬਾਬਾ ਲక్ష్ਮੀ ਦਾਸ, ਬਹੁਤ ਛੋਟੀਆਂ ਇਹਨਾਂ ਦੀਆਂ ਉਮਰਾਂ ਨੇ, ਤੁਸੀਂ ਚੱਲੇ ਹੋ, ਪਤਾ ਨਹੀਂ ਕਿੰਨੇ ਵਰ੍ਹਿਆਂ ਬਾਅਦ ਵਾਪਸ ਬੱਚਿਆਂ ਦੇ ਕੋਲ ਮੁੜ ਕੇ ਆਵੋਗੇ, ਪਰਤ ਕੇ ਆਵੋਗੇ।
ਇਹਨਾਂ ਬੱਚਿਆਂ ਕਰਕੇ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਆਇਆ ਕਿ ਪਿਤਾ ਦੇ ਸਹਾਰੇ ਤੋਂ ਬਿਨਾਂ ਕਿਧਰੇ ਬੱਚੇ ਰੁੜ ਨਾ ਜਾਣ। ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਪਹਿਲੀ ਗੱਲ ਤੇ ਇਹ ਵਾਹਿਗੁਰੂ ਸਹਾਰਾ ਹੈ, ਕਿਤੇ ਰੁਲਣ ਵਾਲੇ ਨਹੀਂ ਹਨ। ਫਿਰ ਦੂਜੇ ਨੰਬਰ ਤੇ ਮਹਾਰਾਜ ਕਹਿਣ ਲੱਗੇ ਤੁਹਾਨੂੰ ਕੇਵਲ ਇਹਨਾਂ ਦੋਵਾਂ ਦੀ ਚਿੰਤਾ ਹੈ, ਕਿਉਂਕਿ ਮਨ ਅਜੇ ਪਰਿਵਾਰ ਤੱਕ ਸੀਮਤ ਹੈ, ਮਨ ਅਜੇ ਸੋਚ ਅਜੇ ਆਪਣਿਆਂ ਤੱਕ ਸੀਮਤ ਹੈ। ਕੇਵਲ ਇਹ ਦੋ ਰੁੜ ਜਾਣਗੇ ਇਹ ਵਿਖਾਈ ਦੇ ਰਿਹਾ ਹੈ, ਪਰ ਅਸੀਂ ਵੇਖਦੇ ਪਏ ਹਾਂ ਸੰਸਾਰ 'ਚ ਇਹਨਾਂ ਵਰਗੇ ਪਤਾ ਨਹੀਂ ਕਿੰਨੇ ਕੁ ਬੱਚੇ ਤੇ ਕਿੰਨੇ ਵੱਡੇ ਤੇ ਕਿੰਨੇ ਛੋਟੇ ਹਨ ਜਿਹੜੇ ਰੁਲਦੇ ਪਏ ਹਨ, ਜਿਨ੍ਹਾਂ ਦਾ ਜੀਵਨ ਖੁਆਰ ਹੋ ਰਿਹਾ ਹੈ, ਜਿਹੜੇ ਲੋਕ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਪਤਾ ਹੀ ਨਹੀਂ ਲੱਗਦਾ, ਸਾਰੀ ਜ਼ਿੰਦਗੀ ਮਨੁੱਖ ਜੀ ਲੈਂਦਾ ਹੈ ਪਰ ਜੀਣ ਦਾ ਮਕਸਦ ਹੀ ਪਤਾ ਨਹੀਂ ਲੱਗਦਾ ਹੈ। ਸੋ ਮਹਾਰਾਜ ਕਹਿਣ ਲੱਗੇ ਕੇਵਲ ਇਹਨਾਂ ਦੋਵਾਂ ਨੂੰ ਨਾ ਵੇਖੋ, ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਸਮਝ ਕੇ ਵੇਖੋ, ਫਿਰ ਇਹਨਾਂ ਦੋਵਾਂ ਦਾ ਮੋਹ ਵੀ ਮਨ ਚੋਂ ਖਤਮ ਹੋ ਜਾਏਗਾ ਤੇ ਵਿਛੋੜੇ ਦੀ ਪੀੜਾ ਵੀ ਮਨ 'ਚ ਨਹੀਂ ਰਹੇਗੀ। ਹੁਣ ਬ੍ਰਹਮ ਗਿਆਨੀ ਦੀ ਇਹ ਖੂਬੀ ਹੈ। ਧੰਨ ਗੁਰੂ ਨਾਨਕ ਸਾਹਿਬ ਆਪਾਂ ਅਕਸਰ ਵਿਚਾਰ ਕਰਦੇ ਹਾਂ, ਗੱਲ ਕਰਦੇ ਹਾਂ ਕਿ ਉਹਨਾਂ ਦੇ ਕੋਲ ਪਟਵਾਰੀ ਦੇ ਪੁੱਤ ਅਮੀਰੀ ਦੀ ਹਰ ਵਸਤੂ ਘਰ ਦੇ ਵਿੱਚ ਮੌਜੂਦ, ਚਾਹੁੰਦੇ ਤੇ ਘਰ 'ਚ ਰਹਿ ਕੇ ਐਨ ਸੁੱਖ ਵਾਲਾ ਜੀਵਨ ਬਤੀਤ ਕਰ ਸਕਦੇ ਸਨ, ਪਰ ਨਹੀਂ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਛਾਈ। ਕਿੰਨੇ ਕਸ਼ਟ ਗੁਰੂ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਸਹਾਰੇ ਹਨ। ਔਰ ਲੋਕਾਂ ਦੇ ਬੋਲ ਵੀ ਬੜੇ ਸਹੀ, ਕੋਈ ਆਖੈ ਭੂਤਨਾ ਕੋ ਕਹੈ ਬਿਤਾਲਾ, ਕੋਈ ਆਖੈ ਆਦਮੀ, ਕਿਉਂਕਿ ਇਹ ਸਾਡੇ ਸੰਸਾਰ ਦੀ ਇੱਕ ਫਿਤਰਤ ਹੈ। ਇੱਥੇ ਠੀਕ ਹੈ, ਲੋਕ ਮਾੜੇ ਕੰਮ ਕਰਨ ਵਾਲਿਆਂ ਨੂੰ ਤੇ ਮਾੜਾ ਕਹਿੰਦੇ ਹੀ ਕਹਿੰਦੇ ਹਨ, ਪਰ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਲੋਕ ਨਿੰਦਣ ਤੋਂ ਨਹੀਂ ਹਟਦੇ। ਈਰਖਾ ਕਿ ਦੂਜਾ ਚੰਗਾ ਕਿਉਂ ਕਰ ਰਿਹਾ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਭੰਡਣਾ ਹੈ, ਉਹਦੀ ਬੁਰਿਆਈ ਕਰਨੀ, ਉਹਦੀਆਂ ਲੱਤਾਂ ਖਿੱਚਣੀਆਂ ਹਨ। ਇਹ ਸਾਡੇ ਸਮਾਜ ਅੰਦਰ ਹੈ ਤੇ ਬਹੁਤ ਕੁਝ ਗੁਰੂ ਨਾਨਕ ਮਹਾਰਾਜ ਦੇ ਨਾਲ ਵੀ ਹੋਇਆ, ਭਗਤ ਕਬੀਰ ਸਾਹਿਬ ਦੇ ਨਾਲ ਵੀ ਹੋਇਆ, ਬਾਕੀ ਗੁਰੂ ਸਾਹਿਬਾਨਾਂ ਦੇ ਜੀਵਨ 'ਚ, ਗੁਰਸਿੱਖਾਂ ਦੇ ਜੀਵਨ 'ਚ ਆਪਾਂ ਵੇਖਦੇ ਹਾਂ। ਹੁਣ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕੋਈ ਆਖੈ ਭੂਤਨਾ ਕੋ ਕਹੈ ਬਿਤਾਲਾ, ਕੋਈ ਆਖੈ ਆਦਮੀ, ਨਾਨਕ ਵਿਚਾਰਾ, ਬਹੁਤ ਕੁਝ ਉਹਨਾਂ ਨੂੰ ਕਿਹਾ, ਪਰ ਜਿਹੜਾ ਇੱਕ ਨਿਸ਼ਾਨਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿੱਥਿਆ ਸੀ, ਉਸ ਨਿਸ਼ਾਨੇ ਤੋਂ ਉਹਨਾਂ ਨੇ ਕਦਮ ਪਿਛਾਂਹ ਨਹੀਂ ਕੀਤੇ। ਬਾਕੀ ਗੁਰੂ ਸਾਹਿਬਾਨਾਂ ਨੇ ਵੀ ਇੱਕ ਗੁਰੂ ਨਾਨਕ ਬਾਬਾ ਜੀ ਦਾ ਸਿਧਾਂਤ, ਜੇ ਉਸ ਸਿਧਾਂਤ ਦੀ ਖਾਤਰ ਕੁਰਬਾਨੀਆਂ ਵੀ ਦੇਣੀਆਂ ਪਈਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਆਪਣਿਆਂ ਦੇ ਲਈ ਥੋੜ੍ਹਾ ਹੈ, ਆਪਣੇ ਪਰਿਵਾਰ ਦੇ ਲਈ ਥੋੜ੍ਹਾ ਹੈ, ਬਲਕਿ ਦੂਜਿਆਂ ਦੀ ਖਾਤਰ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਢੋ ਕਲੂ ਮੈਂ ਸਾਕਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੂਜਿਆਂ ਦੇ ਲਈ, ਹਿੰਦੂ ਧਰਮ ਦੇ ਲਈ। ਕਾਰਨ ਕੀ ਹੈ? ਉਸ ਅਵਸਥਾ ਤੇ ਸੁਰਤ ਪਹੁੰਚ ਗਈ ਜਿੱਥੇ ਹੁਣ ਬਗਾਨਾ ਕੋਈ ਨਹੀਂ ਲੱਗਦਾ ਹੈ, ਸਾਰੇ ਆਪਣੇ ਲੱਗਦੇ ਹਨ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਤੇ ਇਹ ਅਵਸਥਾ ਗੁਰੂ ਮਹਾਰਾਜ ਕਹਿੰਦੇ ਉਦੋਂ ਬਣਦੀ ਹੈ ਜਦੋਂ ਬੰਦਾ ਬ੍ਰਹਮ ਨੂੰ, ਪਰਮਾਤਮਾ ਨੂੰ ਜਾਣਦਾ, ਫਿਰ ਪਰਮਾਤਮਾ ਦੇ ਜੀਵਾਂ ਦੀ ਸਮਝ ਪੈਂਦੀ ਹੈ। ਫਿਰ ਸਮਝ ਪੈਂਦੀ ਹੈ ਕਿ ਸਾਰਾ ਕੁਝ ਉਸ ਪਰਮਾਤਮਾ ਤੋਂ ਹੀ ਹੋਇਆ ਹੈ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਮਹਾਰਾਜ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੇ ਕੋਲ ਗਿਆਨ ਹੈ। ਕਿਸ ਚੀਜ਼ ਦਾ ਗਿਆਨ ਹੈ? ਬ੍ਰਹਮ ਦਾ ਗਿਆਨ। ਇਸੇ ਕਰਕੇ ਉਹ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਨਿਰੋਲ ਬ੍ਰਹਮ ਦਾ ਜਾਣਕਾਰ ਹੈ। ਔਰ ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਦਾ ਜਿਹੜਾ ਹੇਤ ਮਤਲਬ ਹੈ ਪਿਆਰ, ਪਕੜ। ਬ੍ਰਹਮ ਗਿਆਨੀ ਦਾ ਜਿਹੜਾ ਮੋਹ ਹੈ, ਪਿਆਰ ਹੈ, ਲਗਾਓ ਹੈ, ਕੇਵਲ ਇੱਕ ਅਕਾਲ ਪੁਰਖ ਦੇ ਨਾਲ ਹੈ, ਪਰਮਾਤਮਾ ਦੇ ਨਾਲ ਹੈ। ਉਹ ਹਰ ਵਕਤ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਅੱਗੇ ਸਾਹਿਬ ਕਹਿੰਦੇ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ। ਆਮ ਸੰਸਾਰ ਦੇ ਲੋਕ ਚਿੰਤਾਵਾਂ 'ਚ ਜੀਵਨ ਬਤੀਤ ਕਰਦੇ ਹਨ।
ਗੁਰਬਾਣੀ 'ਚ ਵੇਖੋ ਰੱਬ ਬਾਰੇ ਵੀ ਕਿਹਾ ਗਿਆ, ਆਮ ਲੋਕਾਂ ਬਾਰੇ ਵੀ ਸਤਿਗੁਰੂ ਕਹਿੰਦੇ ਅਸੀਂ ਦੇਖਦੇ ਹਾਂ, ਚਿੰਤਤ ਹੀ ਦੀਸੈ ਸਭ ਕੋਈ। ਜਿਹਨੂੰ ਮਰਜੀ ਖਿਲਾਰ ਕੇ ਪੁੱਛ ਲਵੋ, ਹਰ ਮਨੁੱਖ ਚਿੰਤਾ ਦੇ ਵਿੱਚ ਹੈ। ਕਿਸੇ ਦੀ ਕੋਈ ਚਿੰਤਾ, ਕਿਸੇ ਦੀ ਕੋਈ ਚਿੰਤਾ, ਕੋਈ ਬੱਚਿਆਂ ਦੀ ਚਿੰਤਾ, ਕੋਈ ਆਪਣੀ, ਕੋਈ ਸਿਹਤ ਦੀ, ਕੋਈ ਕਾਰੋਬਾਰ ਦੀ ਚਿੰਤਾ ਕਰ ਰਿਹਾ ਹੈ। ਮਹਾਰਾਜ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਈ। ਦੂਜੇ ਨੰਬਰ ਤੇ ਸਤਿਗੁਰੂ ਕਹਿੰਦੇ ਆਮ ਲੋਕ ਤੇ ਚਿੰਤਾ ਕਰ ਰਹੇ ਹਨ, ਪਰ ਜਦੋਂ ਅਸੀਂ ਪਰਮੇਸ਼ਰ ਨੂੰ ਵੇਖਦੇ ਹਾਂ ਤੇ ਇਦਾਂ ਪਤਾ ਲੱਗਦਾ ਹੈ ਕਿ ਪਰਮਾਤਮਾ ਵੀ ਚਿੰਤਾ ਕਰ ਰਿਹਾ ਹੈ। ਉਹ ਚਿੰਤਾ ਸਾਡੇ ਜੀਵਾਂ ਦੀ ਕਰ ਰਿਹਾ। ਇਸੇ ਕਰਕੇ ਗੁਰੂ ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ। ਜਦੋਂ ਤੇਰੀ ਚਿੰਤਾ ਕਰਨ ਵਾਲਾ ਉੱਪਰ ਪਰਮੇਸ਼ਰ ਬੈਠਾ, ਫਿਰ ਤੈਨੂੰ ਚਿੰਤਾ ਕਰਨ ਦੀ ਕੀ ਲੋੜ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਹਨੂੰ ਸਾਰਿਆਂ ਦੀ ਚਿੰਤਾ ਹੈ। ਹੁਣ ਵੇਖੋ, ਪਰਮਾਤਮਾ ਬਾਰੇ ਵੀ ਸਤਿਗੁਰੂ ਕਹਿੰਦੇ ਚਿੰਤਾ ਹੈ ਉਹਨੂੰ। ਆਮ ਸੰਸਾਰੀ ਲੋਕਾਂ ਬਾਰੇ ਵੀ ਮਹਾਰਾਜ ਕਹਿੰਦੇ ਉਹਨੂੰ ਚਿੰਤਾ ਹੈ। ਪਰ ਜਿੱਥੇ ਬ੍ਰਹਮ ਗਿਆਨੀ ਦੀ ਗੱਲ ਗੁਰੂ ਮਹਾਰਾਜ ਕਰਦੇ, ਉੱਥੇ ਕਹਿੰਦੇ ਬ੍ਰਹਮ ਗਿਆਨੀ ਨੂੰ ਕੋਈ ਚਿੰਤਾ ਨਹੀਂ ਹੈ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ। ਬ੍ਰਹਮ ਗਿਆਨੀ ਅਚਿੰਤ ਹੋ ਕੇ ਚਿੰਤਾ ਤੋਂ ਰਹਿਤ ਜੀਵਨ ਬਤੀਤ ਕਰਦਾ ਹੈ। ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਬ੍ਰਹਮ ਗਿਆਨੀ ਦੇ ਮਨ 'ਚ ਇਹ ਭਰੋਸਾ ਹੈ। ਚਿੰਤਾ ਰਹਿਤ ਕਿਉਂ ਹੈ ਬ੍ਰਹਮ ਗਿਆਨੀ? ਕਿਉਂਕਿ ਪਰਮਾਤਮਾ ਤੇ ਭਰੋਸਾ ਹੈ, ਵਿਸ਼ਵਾਸ ਹੈ, ਯਕੀਨ ਹੈ, ਪੂਰਾ ਯਕੀਨ ਹੈ ਨਿਰੰਕਾਰ ਤੇ। ਇਸ ਕਰਕੇ ਬ੍ਰਹਮ ਗਿਆਨੀ ਚਿੰਤਾ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਮੇਰੇ ਸਿਰ ਤੇ ਮਾਲਕ ਚਿੰਤਾ ਕਰਨ ਵਾਲਾ ਬੈਠਾ ਹੈ। ਔਰ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਇਸ ਕਰਕੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਚਿੰਤਾ ਰਹਿਤ ਹੋ ਕੇ ਜੀਵਨ ਬਤੀਤ ਕਰਨ ਦਾ, ਬਿਲਕੁਲ ਨਿਸ਼ਚਿੰਤ ਹੋ ਕੇ ਪਰਮਾਤਮਾ ਤੇ ਭਰੋਸਾ ਰੱਖਦਿਆਂ ਜੀਵਨ ਬਤੀਤ ਕਰਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਜੀਵਨ ਜਦੋਂ ਆਪਾਂ ਪੜ੍ਹੀਏ, ਇਤਿਹਾਸਕ ਗ੍ਰੰਥਾਂ 'ਚ ਲਿਖਿਆ ਮਿਲਦਾ ਹੈ। ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਸਾਇਆ ਹੈ। ਸਿੱਖੀ ਦਾ ਧੁਰਾ ਜਿਹਨੂੰ ਕਿਹਾ ਜਾਂਦਾ ਸੀ। ਬਿਆਸਾ ਦਰਿਆ ਦੇ ਕਿਨਾਰੇ ਇਹ ਨਗਰ, ਤੇ ਇੱਥੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਸਨ। ਇੱਥੋਂ ਤੱਕ ਇਹ ਗੋਇੰਦਵਾਲ ਸਾਹਿਬ ਦੀ ਪਰੰਪਰਾ ਸੀ ਕਿ ਪਹਿਲਾਂ ਪੰਗਤ ਤੇ ਫਿਰ ਸੰਗਤ। ਜਿਹਨੇ ਗੁਰੂ ਕੇ ਲੰਗਰਾਂ 'ਚ ਆਉਣਾ ਹੈ ਨਾ, ਜਿਹਨੇ ਗੁਰੂ ਕੀ ਸੰਗਤ 'ਚ ਆਉਣਾ ਹੈ, ਪਹਿਲਾਂ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕੇ ਤੇ ਫਿਰ ਸੰਗਤ 'ਚ ਆਵੇ। ਕਿਉਂਕਿ ਉਹ ਸਮਾਂ ਕੁਝ ਹੋਰ ਸੀ। ਉਦੋਂ ਲੋਕਾਂ ਦੇ ਮਨ 'ਚ ਗਿਆਨ ਦੀ ਜ਼ਿਆਦਾ ਭੁੱਖ ਸੀ। ਸਰੀਰਕ ਭੁੱਖ ਨੂੰ ਦੂਜੇ ਨੰਬਰ ਤੇ ਰੱਖਿਆ ਜਾਂਦਾ ਸੀ। ਹਰ ਇੱਕ ਦੀ ਖਿੱਚ ਹੁੰਦੀ ਸੀ ਕਿ ਗੁਰੂ ਕੀ ਸੰਗਤ ਦੇ ਵਿੱਚ ਮੈਂ ਜ਼ਰੂਰ ਜਾਣਾ। ਤੇ ਕੁਝ ਲੋਕ ਐਸੇ ਸਨ ਜਿਹੜੇ ਲੰਗਰ 'ਚ ਪੰਗਤ 'ਚ ਜਾਣ ਤੋਂ ਕੁਝ ਪਰਹੇਜ਼ ਕਰਦੇ ਸਨ, ਕੁਝ ਜਾਤ ਪਾਤ ਦੇ ਸੁਭਾਅ ਕਰਕੇ, ਕੁਝ ਹੋਰ ਈਰਖਾ ਕਰਕੇ। ਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਨਹੀਂ, ਪਹਿਲਾਂ ਪੰਗਤ ਤੇ ਫਿਰ ਸੰਗਤ। ਹਿੰਦੁਸਤਾਨ ਦੇ ਬਾਦਸ਼ਾਹ ਨੂੰ ਵੀ ਇਸੇ ਤਰ੍ਹਾਂ ਪਹਿਲਾਂ ਪੰਗਤ 'ਚ ਬਹਿ ਕੇ ਲੰਗਰ ਛਕਣਾ ਪਿਆ, ਫਿਰ ਗੁਰੂ ਕੇ ਦਰਬਾਰ 'ਚ ਆਇਆ। ਉਹ ਗੋਇੰਦਵਾਲ ਸਾਹਿਬ ਜਿੱਥੇ ਲਗਾਤਾਰ ਲੰਗਰ ਚੱਲਦੇ ਹਨ, ਸੰਗਤ ਤੋਂ ਪਹਿਲਾਂ ਪੰਗਤ ਨੂੰ ਮਹਾਰਾਜ ਨੇ ਜਿੱਥੇ ਅਹਿਮੀਅਤ ਦਿੱਤੀ, ਉੱਥੇ ਕੀ ਹੁੰਦਾ ਸੀ, ਸਾਰੀ ਦਿਹਾੜੀ ਗੁਰੂ ਕੇ ਲੰਗਰ ਅਤੁੱਟ ਵਰਤਨੇ। ਤੇ ਸ਼ਾਮਾਂ ਨੂੰ ਜੇ ਕੁਝ ਰਾਸ਼ਨ ਜਾਂ ਕੋਈ ਤਿਆਰ ਹੋਇਆ ਭੋਜਨ ਪਦਾਰਥ ਬਚ ਜਾਣਾ, ਤੇ ਮਹਾਰਾਜ ਨੇ ਕਹਿਣਾ ਨਗਰ ਦੇ ਵਿੱਚ ਕੋਈ ਲੋੜਵੰਦਾਂ ਦੇ ਜਿਹੜੇ ਘਰ ਹਨ, ਉੱਥੇ ਇਹ ਭੋਜਨ ਪਾਣੀ ਪਹੁੰਚਾ ਦੇਵੋ। ਜੇ ਫੇਰ ਕੁਝ ਵੱਧ ਜਾਂਦਾ ਸੀ ਤੇ ਮਹਾਰਾਜ ਨੇ ਕਹਿਣਾ ਇਹ ਵਧਿਆ ਹੋਇਆ ਜੋ ਕੁਝ ਵੀ ਹੈ ਇਹ ਪਸ਼ੂਆਂ ਆਦਿਕ ਨੂੰ ਪਾ ਦੇਵੋ। ਤੇ ਇੱਥੋਂ ਤੱਕ ਇਤਿਹਾਸ ਦੇ ਗ੍ਰੰਥਾਂ 'ਚ ਲਿਖਿਆ, ਜੇ ਫਿਰ ਵੀ ਕੁਝ ਵੱਧ ਜਾਂਦਾ ਸੀ, ਮਹਾਰਾਜ ਕਹਿੰਦੇ ਸਨ ਬਿਆਸਾ 'ਚ ਸੁੱਟ ਦੇਵੋ, ਜਲ ਦੇ ਜੀਵਾਂ ਦਾ ਆਹਾਰ ਬਣ ਜਾਏਗਾ। ਤੇ ਸਿੱਖਾਂ ਨੇ ਅਕਸਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਨਾ, ਜਦੋਂ ਇੱਦਾਂ ਮਹਾਰਾਜ ਨੇ ਸ਼ਾਮਾਂ ਨੂੰ ਸਾਰੇ ਭਾਂਡੇ ਖਾਲੀ ਕਰਵਾ ਦੇਣੇ। ਦੇਖੋ ਜਿਹੜੀਆਂ ਚੀਜ਼ਾਂ ਇਤਿਹਾਸ 'ਚੋਂ ਸਿੱਖਣ ਵਾਲੀਆਂ ਸਮਝ, ਅੱਜ ਅਸੀਂ ਕਈ ਵਾਰ ਚਿੰਤਾ ਕਰਦੇ ਹਾਂ ਜੀ ਕੀ ਬਣੇਗਾ, ਕਿੱਦਾਂ ਚੱਲਣਗੇ ਪ੍ਰਬੰਧ ਜੇ ਇੱਦਾਂ ਹੀ ਖੁੱਲ੍ਹਾ ਵਰਤਦਾ ਰਿਹਾ। ਪਰ ਗੁਰੂ ਤੇ ਜੇ ਆਪਾਂ ਭਰੋਸਾ ਕਰਕੇ ਚੱਲੀਏ ਨਾ, ਇਹ ਗੁਰੂ ਨਾਨਕ ਦੇ ਭੰਡਾਰੇ ਜਿਹੜੇ 20 ਰੁਪਈਆਂ ਤੋਂ ਸ਼ੁਰੂ ਹੋਏ, ਅੱਜ ਸਾਰੀ ਦੁਨੀਆ 'ਚ ਵਰਤ ਰਹੇ ਨੇ। ਨਾ ਅੱਜ ਤੱਕ ਘਾਟਾ ਪਿਆ, ਨਾ ਆਉਣ ਵਾਲੇ ਸਮੇਂ 'ਚ ਘਾਟਾ ਪੈਣਾ ਹੈ। ਕਿਉਂਕਿ ਜੇ ਗੁਰੂ ਦੇ ਭੰਡਾਰਿਆਂ 'ਚ ਹੀ ਘਾਟਾ ਪੈ ਗਿਆ ਤੇ ਫਿਰ ਸਾਡੇ ਭੰਡਾਰੇ ਭਰੇ ਕਿੱਦਾਂ ਰਹਿ ਸਕਦੇ ਹਨ।
ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਸਿੱਖਾਂ ਕਹਿਣਾ, ਮਹਾਰਾਜ ਭਾਂਡੇ ਸਾਰੇ ਖਾਲੀ ਕਰਵਾ ਦਿੱਤੇ ਤੇ ਹੁਕਮ ਤੁਹਾਡਾ ਹੈ ਕਿ ਪਹਿਲਾਂ ਪੰਗਤ ਤੇ ਫਿਰ ਸੰਗਤ। ਸਵੇਰੇ ਤੇ ਪੰਗਤ 'ਚ ਪਹਿਲਾਂ ਬਹਿ ਜਾਣਾ, ਸੰਗਤ 'ਚ ਆਉਣ ਤੋਂ ਪਹਿਲਾਂ ਹੀ ਪੰਗਤਾਂ ਭਰ ਜਾਣੀਆਂ ਨੇ ਛਕਣ ਵਾਲਿਆਂ ਦੀਆਂ, ਤੇ ਬਚਿਆ ਕੁਝ ਵੀ ਨਹੀਂ ਹੈ, ਸਵੇਰੇ ਕਿੱਥੋਂ ਵਰਤਾਵਾਂਗੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਕਿ ਜਿਹੜੇ ਦਾਤੇ ਨੇ ਅੱਜ ਦਿੱਤਾ ਹੈ ਉਹ ਕੱਲ ਵੀ ਬਖਸ਼ੇਗਾ, ਉਹਦਾ ਭਰੋਸਾ ਮਨ 'ਚ ਰੱਖ ਕੇ ਸੋਵੋ, ਚਿੰਤਾ ਮਨ 'ਚ ਰੱਖ ਕੇ ਨਾ ਸੋਵੋ। ਤੇ ਇਤਿਹਾਸ ਕਹਿੰਦਾ ਅਗਲਾ ਦਿਨ ਮਗਰੋਂ ਚੜ੍ਹਦਾ ਸੀ, ਸੰਗਤਾਂ ਰਸਦਾਂ ਬਸਦਾਂ ਲੈ ਕੇ ਸਵੇਰੇ ਅੰਮ੍ਰਿਤ ਵੇਲੇ ਪਹਿਲਾਂ ਪਹੁੰਚ ਜਾਂਦੀਆਂ ਸਨ। ਸੋ ਇੱਕ ਚਿੰਤਾ ਹੈ ਆਮ ਮਨੁੱਖ ਦੀ, ਸਾਨੂੰ ਕੱਲ ਦੀ ਚਿੰਤਾ ਪਰਿਵਾਰਾਂ 'ਚ ਵੀ ਹਰ ਜਗ੍ਹਾ ਤੇ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬ੍ਰਹਮ ਅਵਸਥਾ ਤੇ ਪਹੁੰਚ ਗਿਆ ਨਾ, ਜਿਹਦੇ ਮਨ 'ਚ ਉਸ ਪਰਮੇਸ਼ਰ ਦਾ ਪੂਰਨ ਭਰੋਸਾ ਬਣ ਗਿਆ, ਜੀਵ ਹੁਣ ਸੰਸਾਰ 'ਚ ਬਾਅਦ 'ਚ ਪੈਦਾ ਹੁੰਦਾ ਹੈ। ਗੁਰੂ ਮਹਾਰਾਜ ਕਹਿੰਦੇ ਵੇਖੋ ਰੱਬ ਦੀ ਦਾਤ, ਉਹ ਜੀਵ ਦੇ ਲਈ ਭੋਜਨ ਦਾ ਪ੍ਰਬੰਧ ਪਹਿਲਾਂ ਕਰਕੇ ਭੇਜ ਦਿੰਦਾ ਹੈ। ਪਹਿਲੋਂ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਰੋਜ਼ ਆਪਾਂ ਗੁਰੂ ਕੀ ਬਾਣੀ ਦੇ ਬਚਨ ਪੜ੍ਹਦੇ ਹਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ, ਕਾਹੇ ਰੇ ਮਨ ਚਿਤ ਮੈਂ ਉਦਮ ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਮਹਾਰਾਜ ਕਹਿੰਦੇ ਵੇਖ ਪੱਥਰਾਂ 'ਚ ਜੀਵ ਰੱਬ ਨੇ ਪੈਦਾ ਕੀਤੇ, ਉੱਥੇ ਵੀ ਉਹਨਾਂ ਦੇ ਭੋਜਨ ਦਾ ਪ੍ਰਬੰਧ ਕੀਤਾ ਹੈ। ਆਪਣੇ ਬੱਚੇ ਛੱਡ ਕੇ ਕੂੰਜ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ, ਤੇ ਉਹਦੇ ਬੱਚਿਆਂ ਨੂੰ ਵਾਹਿਗੁਰੂ ਭੁੱਖਾ ਕੋਈ ਨਹੀਂ ਮਰਨ ਦਿੰਦਾ, ਉੱਥੇ ਵੀ ਉਹਨਾਂ ਨੂੰ ਰਿਜ਼ਕ ਬਖਸ਼ਦਾ ਹੈ। ਊਡੈ ਊਡ ਆਵੇ ਸਹਿ ਕੋਸਾਂ, ਤਿਸ ਪਾਛੈ ਬਚਰੇ ਚਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮ। ਉਹਦੇ ਮਨ 'ਚ ਤੇ ਕੇਵਲ ਰੱਬ ਦਾ ਭਰੋਸਾ ਹੈ, ਤੇ ਰੱਬ ਆਪੇ ਹੀ ਮਿਹਰ ਕਰਕੇ ਉਹਦੇ ਬੱਚਿਆਂ ਨੂੰ ਰਿਜ਼ਕ ਦੀ ਦਾਤ ਬਖਸ਼ਦਾ ਹੈ। ਸੋ ਬ੍ਰਹਮ ਗਿਆਨੀ ਦੇ ਮਨ 'ਚ ਵੀ ਪ੍ਰਮਾਤਮਾ ਦਾ ਐਨ ਪੂਰਨ ਭਰੋਸਾ, ਪੂਰਨ ਯਕੀਨ, ਵਿਸ਼ਵਾਸ। ਇਸ ਕਰਕੇ ਬ੍ਰਹਮ ਗਿਆਨੀ ਦਾ ਜੀਵਨ ਕਿਸੇ ਚਿੰਤਾ 'ਚ, ਕਿਸੇ ਫਿਕਰ 'ਚ, ਕਿਸੇ ਦੁਬਿਧਾ 'ਚ, ਦੋ ਚਿੱਤੀ 'ਚ ਨਹੀਂ ਹੁੰਦਾ ਹੈ। ਮਹਾਰਾਜ ਕਹਿੰਦੇ ਉਹ ਨਿਸ਼ਚਿੰਤ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਜਿੱਥੇ ਚਿੰਤਾ ਹੈ ਉੱਥੇ ਧਿਆਨ ਦੀ ਇਕਾਗਰਤਾ ਵੀ ਨਹੀਂ ਜੇ। ਆਪਾਂ ਅਕਸਰ ਕਹਿ ਦਿੰਦੇ ਬਾਣੀ ਪੜ੍ਹਦੇ ਹਾਂ ਜੀ ਧਿਆਨ ਨਹੀਂ ਟਿਕਦਾ ਹੈ, ਕੀਰਤਨ 'ਚ ਬਹਿੰਦੇ ਹਾਂ ਧਿਆਨ, ਕਾਰਨ ਕੀ ਹੈ? ਮਨ ਤੇ ਚਿੰਤਾਵਾਂ ਦੀਆਂ ਪੰਡਾਂ ਦੇ ਥੱਲੇ ਦੱਬਿਆ ਪਿਆ ਹੈ। ਹਰ ਵਕਤ ਚਿੰਤਾਵਾਂ ਦਾ ਵੇਗ ਚੱਲਦਾ ਰਹਿੰਦਾ, ਬਾਣੀ ਵਾਲੇ ਪਾਸੇ ਸੁਰਤੀ ਨਹੀਂ ਜੁੜਦੀ, ਨਾਮ ਧਰਮ ਵਾਲੇ ਪਾਸੇ। ਸੋ ਬ੍ਰਹਮ ਗਿਆਨੀ ਦੇ ਮਨ 'ਚ ਚਿੰਤਾਵਾਂ ਦੀਆਂ ਪੰਡਾਂ ਨਹੀਂ, ਇਸੇ ਕਰਕੇ ਉਹਦੇ ਜੀਵਨ 'ਚ ਇਕਾਗਰਤਾ ਹੈ। ਉਹਦਾ ਇੱਕ ਦੇ ਨਾਲ ਮਹਾਰਾਜ ਕਹਿੰਦੇ ਹੇਤ ਹੈ, ਔਰ ਉਹ ਚਿੰਤਾ ਤੋਂ ਰਹਿਤ ਹੋ ਕੇ ਜਿਉਂਦਾ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਮੰਤ ਦਾ ਮਤਲਬ ਹੈ ਉਪਦੇਸ਼। ਬ੍ਰਹਮ ਗਿਆਨੀ ਦਾ ਜੋ ਉਪਦੇਸ਼ ਹੈ ਨਿਰਮਲ ਉਪਦੇਸ਼ ਹੈ। ਬ੍ਰਹਮ ਗਿਆਨੀ ਆਪ ਜੀਉ ਨਿਰਮਲ, ਬਾਹਰੋਂ ਨਿਰਮਲ ਹੈ, ਔਰ ਬ੍ਰਹਮ ਗਿਆਨੀ ਦਾ ਉਪਦੇਸ਼ ਵੀ ਦੂਜਿਆਂ ਨੂੰ ਨਿਰਮਲ, ਸੱਚਾ ਤੇ ਸੁੱਚਾ ਬਣਾਉਣ ਵਾਲਾ, ਮੈਲ ਧੋਣ ਵਾਲਾ ਹੈ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ। ਹੁਣ ਪਾਤਸ਼ਾਹ ਕਹਿੰਦੇ ਇਹ ਨਹੀਂ ਹੈ, ਬਾਹਰ ਦਾ ਗਿਆਨ ਹਾਸਲ ਕਰਨ ਦੇ ਲਈ ਤੇ ਬੰਦਾ ਪੜ੍ਹਾਈ ਕਰ ਸਕਦਾ ਹੈ, ਪਰ ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਹੈ ਨਾ, ਉਹ ਕਿਸੇ ਬਾਹਰ ਦੀ ਪੜ੍ਹਾਈ ਦੇ ਨਾਲ ਪ੍ਰਾਪਤ ਨਹੀਂ ਹੁੰਦੀ। ਇੱਕ ਤੇ ਕਮਾਈ ਦੇ ਨਾਲ ਹੁੰਦੀ ਹੈ, ਦੂਜੇ ਨੰਬਰ ਤੇ ਵਾਹਿਗੁਰੂ ਦੀ ਮਿਹਰ ਬਖਸ਼ਿਸ਼ ਸਦਕਾ ਹੀ ਉਹ ਅਵਸਥਾ ਪ੍ਰਾਪਤ ਹੁੰਦੀ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਰਸਤਾ ਨਹੀਂ ਹੈ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਉਹੀ ਬ੍ਰਹਮ ਗਿਆਨੀ ਅਵਸਥਾ ਤੱਕ ਪਹੁੰਚ ਪਾਉਂਦਾ ਹੈ ਜਿਸ ਕਰੈ ਪ੍ਰਭ ਆਪ, ਜਿਹਨੂੰ ਵਾਹਿਗੁਰੂ ਆਪ ਮਿਹਰ ਕਰਕੇ ਬ੍ਰਹਮ ਗਿਆਨੀ ਅਵਸਥਾ ਦੀ ਦਾਤ ਬਖਸ਼ਦੇ ਹਨ। ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਫਿਰ ਅੱਗੇ ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਦਾ ਜਿਹੜਾ ਪ੍ਰਤਾਪ ਹੈ, ਪ੍ਰਭਾਵ ਹੈ, ਬਹੁਤ ਵੱਡਾ ਹੈ। ਇੱਕ ਜਗ੍ਹਾ ਬਾਣੀ 'ਚ ਸ਼ਬਦ ਆਉਂਦਾ ਹੈ, ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ। ਮਹਾਰਾਜ ਨੇ ਬ੍ਰਹਮ ਗਿਆਨੀ ਦੀ ਤੁਲਨਾ ਸੂਰਜ ਦੇ ਨਾਲ, ਚੰਦਰਮਾ ਦੇ ਨਾਲ ਕੀਤੀ ਹੈ। ਮਹਾਰਾਜ ਕਹਿੰਦੇ ਜਿਵੇਂ ਸੂਰਜ ਦਾ ਤੇਜ ਪ੍ਰਤਾਪ ਪ੍ਰਭਾਵ ਹੈ,
ਔਰ ਉਸ ਤੇਜ ਪ੍ਰਤਾਪ ਤੇ ਪ੍ਰਭਾਵ ਨੂੰ ਕਿਸੇ ਪਰਦੇ ਦੇ ਨਾਲ ਰੋਕਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਪ੍ਰਤਾਪ ਤੇ ਪ੍ਰਭਾਵ ਨੂੰ ਕਿਸੇ ਨਿੰਦਿਆ ਚੁਗਲੀ ਦੇ ਪਰਦੇ ਦੇ ਨਾਲ ਰੋਕਿਆ ਨਹੀਂ ਜਾ ਸਕਦਾ ਹੈ। ਬ੍ਰਹਮ ਗਿਆਨੀ ਦਾ ਪ੍ਰਤਾਪ ਤੇ ਪ੍ਰਭਾਵ ਲਗਾਤਾਰ ਵੱਧਦਾ ਹੀ ਵੱਧਦਾ ਹੈ। ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਈਐ। ਹੁਣ ਆਪਾਂ ਕਹੀਏ ਜੀ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੇ, ਜਿਹਦੇ ਜੀਵਨ 'ਚ ਸਾਰੀਆਂ ਇਹ ਖੂਬੀਆਂ ਹੋਣ, ਬ੍ਰਹਮ ਗਿਆਨੀ ਹੋਵੇ, ਉਹ ਕੌਣ ਹੈ, ਕਿੱਥੋਂ ਉਹਦੇ ਦਰਸ਼ਨ ਕਰੀਏ। ਤੇ ਗਿਆਨੀ ਸੰਸਾਰ ਦੇ ਵਿੱਚ ਬੜੇ ਹੋ ਸਕਦੇ ਹਨ, ਪਰ ਬ੍ਰਹਮ ਗਿਆਨੀ ਦੀ ਗੱਲ ਕਰਦਿਆਂ ਮਹਾਰਾਜ ਕਹਿੰਦੇ ਹੈਨ ਵਿਰਲੇ ਨਾਹਿਨ ਘਣੇ ਫੈਲ ਫੱਕੜ ਸੰਸਾਰ, ਕਿ ਬਹੁਤ ਵਿਰਲੇ ਵੱਡਿਆਂ ਭਾਗਾਂ ਸਦਕਾ ਹੀ ਬ੍ਰਹਮ ਗਿਆਨੀ ਦੀ ਸੰਗਤ ਮਿਲਦੀ ਹੈ, ਬ੍ਰਹਮ ਗਿਆਨੀ ਦੇ ਦਰਸ਼ਨ ਦੀਦਾਰੇ ਪ੍ਰਾਪਤ ਹੁੰਦੇ ਹਨ। ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਫਿਰ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਤੋਂ ਹਮੇਸ਼ਾ ਬਲਿਹਾਰ ਕੁਰਬਾਨ ਜਾਣਾ ਚਾਹੀਦਾ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਵੱਡੇ ਵੱਡੇ ਦੇਵੀ ਦੇਵਤੇ ਸ਼ਿਵ ਜੀ ਵਰਗੇ ਵੀ ਬ੍ਰਹਮ ਗਿਆਨੀ ਨੂੰ ਖੋਜਦੇ ਹਨ ਕਿ ਕਿਧਰੇ ਬ੍ਰਹਮ ਗਿਆਨੀ ਦੀ ਸੰਗਤ ਪ੍ਰਾਪਤ ਹੋ ਜਾਵੇ, ਬ੍ਰਹਮ ਗਿਆਨੀ ਦਾ ਨਿਰਮਲ ਮੰਤ ਨਿਰਮਲ ਉਪਦੇਸ਼ ਮਿਲ ਜਾਏ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਅਖੀਰ 'ਚ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਪਰਮੇਸ਼ਰ ਰੂਪੀ ਹੈ। ਬ੍ਰਹਮ ਗਿਆਨੀ ਦੇ ਅੰਦਰ ਉਹ ਬ੍ਰਹਮ ਪਰਮੇਸ਼ਰ ਆਪ ਹੀ ਵਰਤਦਾ ਹੈ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹਦੀ ਸੁਰਤ ਬ੍ਰਹਮ ਦੇ ਵਿੱਚ ਜੁੜ ਗਈ, ਜਿਹਨੇ ਪਰਮਾਤਮਾ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਕਮਾਇਆ ਤੇ ਉਹਦੀ ਕਮਾਈ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਈ। ਇੱਕ ਹੈ ਵੇਖੋ ਸਾਡੀ ਕਮਾਈ, ਇੱਕ ਹੈ ਵਾਹਿਗੁਰੂ ਦੀ ਮਿਹਰ ਬਖਸ਼ਿਸ਼। ਮਹਾਰਾਜ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੈ। ਸੇਵਾ ਆਪਾਂ ਸਾਰੇ ਆਪਣੀ ਆਪਣੀ ਜਗ੍ਹਾ ਤੇ ਕਰਦੇ ਹਾਂ, ਪਰ ਕਈਆਂ ਦੀ ਸੇਵਾ ਗੁਰੂ ਨੂੰ ਪ੍ਰਵਾਨ ਪੈ ਜਾਂਦੀ ਹੈ, ਕਈਆਂ ਦੀ ਸੇਵਾ ਵੀ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਪੈਂਦੀ। ਕਿਉਂਕਿ ਇਕੱਲੀ ਸੇਵਾ ਦੀ ਗੱਲ ਨਹੀਂ ਹੈ, ਸੇਵਾ ਕਰਦਿਆਂ ਪਿੱਛੇ ਭਾਵਨਾ ਸਾਡੀ ਕਿੱਥੇ ਖੜੀ ਹੈ ਉਹ ਵੀ ਮਾਲਕ ਵੇਖਦੇ ਹਨ। ਮਹਾਰਾਜ ਕਹਿੰਦੇ ਉਹ ਸੇਵਾ ਸਫਲ ਹੈ ਜਿਹੜੀ ਸੇਵਾ ਵਾਹਿਗੁਰੂ ਨੂੰ ਪ੍ਰਵਾਨ ਪੈ ਗਈ, ਤੇ ਜਿਹਦੀ ਸੇਵਾ ਦਾਤੇ ਦੇ ਦਰ ਤੇ ਪ੍ਰਵਾਨ ਹੋ ਗਈ ਉਹਨੂੰ ਤੇ ਫਿਰ ਦਾਤਾ ਆਪੇ ਮਿਹਰ ਕਰਕੇ ਨਿਹਾਲ ਨਿਹਾਲ ਕਰ ਦਿੰਦੇ ਹਨ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੈ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਜਿਹਦੀ ਸੇਵਾ ਦਾਤੇ ਦੇ ਦਰ ਤੇ ਪ੍ਰਵਾਨ ਹੋ ਗਈ ਉਹ ਬ੍ਰਹਮ ਗਿਆਨੀ ਅਵਸਥਾ ਤੱਕ ਵੀ ਪਹੁੰਚਦਾ ਹੈ, ਲੋਕ ਪਰਲੋਕ ਸੁਹੇਲਾ ਵੀ ਬਣਾਉਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਆਪਾਂ ਉਦਮ ਕਰ ਸਕਦੇ ਹਾਂ। ਰਹਿਮਤ ਗੁਰੂ ਨੇ ਵਰਤਾਉਣੀ ਹੈ। ਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਸਭ ਦੀ ਝੋਲੀ 'ਚ ਪੈਣ, ਗੁਰੂ ਦੀਆਂ ਖੁਸ਼ੀਆਂ ਮਿਲਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਨਾ ਚਿਤਾਰਨੀਆਂ। ਹੁਣ ਸਿੱਖ ਸੈਂਟਰ ਦੇ ਕੀਰਤਨੀ ਜਥੇ ਆਪ ਜੀ ਨੂੰ ਸ਼ਬਦ ਕੀਰਤਨ ਦੇ ਨਾਲ ਨਿਹਾਲ ਕਰਨਗੇ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਖੁਸ਼ੀਆਂ ਲੈਣ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਜੀ। ਗੁਰਮਤਿ ਸੰਗੀਤ ਅਕੈਡਮੀ ਸਿੱਖ ਸੈਂਟਰ ਦੇ ਜਥੇ ਜੋ ਹਰ ਮਹੀਨੇ ਦੇ ਇੱਕ ਐਤਵਾਰ ਗੁਰੂ ਦਰਬਾਰ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਹਨ, ਸੋ ਅੱਜ ਵੀ ਆਪ ਜੀ ਨੂੰ ਸ਼ਬਦ ਕੀਰਤਨ ਦੇ ਨਾਲ ਜੋੜਨਗੇ। ਭੁੱਲਾਂ ਨਾ ਚਿਤਾਰਨੀਆਂ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।